ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ। ਮੈਂ ਹਾਂ ਜਸਵੀਰ ਤੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਪਾਉਂਦੇ ਹਾਂ ਹੈਡਲਾਈਨਸ ਤੇ। ਕੈਨੇਡਾ ਭਾਰਤ ਸਬੰਧਾਂ 'ਚ ਕੜਵਾਹਟ ਮਗਰੋਂ ਕੈਨੇਡਾ ਨੇ ਭਾਰਤ ਜਾਣ ਵਾਲੇ ਕੈਨੇਡੀਅਨਜ਼ ਲਈ ਅਪਡੇਟ ਕੀਤੀ ਟਰੈਵਲ ਐਡਵਾਈਜ਼ਰੀ। ਗਲੋਬਲ ਅਫੇਅਰਸ ਕੈਨੇਡਾ ਵੱਲੋਂ ਭਾਰਤ ਜਾਣ ਵਾਲਿਆਂ ਨੂੰ ਅਹਿਤਿਆਤ ਵਰਤਣ ਲਈ ਕਿਹਾ ਗਿਆ। ਖਾਲਿਸਤਾਨ ਸਮਰਥਕਾਂ ਨੇ ਕੈਨੇਡੀਅਨ ਸ਼ਹਿਰ ਵੈਨਕੂਵਰ, ਓਟਾਵਾ ਤੇ ਟੋਰਾਂਟੋ 'ਚ ਭਾਰਤੀ ਡਿਪਲੋਮੈਟਿਕ ਮਿਸ਼ਨਾਂ ਦੇ ਬਾਹਰ ਕੀਤੀਆਂ ਰੈਲੀਆਂ। ਸਥਿਤੀ ਤੇ ਨਜ਼ਰ ਰੱਖਣ ਲਈ ਸਥਾਨਕ ਪੁਲਿਸ ਤੇ ਸੰਘੀ ਪੁਲਿਸ ਦੇ ਜਵਾਨ ਤੈਨਾਤ। ਐਨਡੀਪੀ ਦੇ ਹਾਊਸ ਲੀਡਰ ਪੀਟਰ ਜੂਲੀਅਨ ਨੇ ਹਾਊਸ ਆਫ ਕਾਮਨਸ ਦੇ ਸਪੀਕਰ ਐਂਥਨੀ ਰੋਟਾ ਤੋਂ ਅਸਤੀਫੇ ਦੀ ਕੀਤੀ ਮੰਗ। ਪਾਰਲੀਮੈਂਟ ਦੀ ਕਾਰਵਾਈ ਸ਼ੁਰੂ ਹੋਣ ਤੇ ਸਪੀਕਰ ਨੇ ਸੰਸਦ ਮੈਂਬਰਾਂ ਤੋਂ ਮੰਗੀ ਮੁਆਫੀ। ਕੈਨੇਡਾ ਦੇ ਨਵੇਂ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਮੁਤਾਬਕ ਨਵੇਂ ਕੈਨੇਡੀਅਨਾਂ ਨੂੰ ਇੱਕ ਬਟਨ ਦਬਾਉਣ ਨਾਲ ਨਾਗਰਿਕਤਾ ਦੀ ਸਹੁੰ ਚੁੱਕਣ ਦੀ ਇਜਾਜ਼ਤ ਤੇ ਵਿਚਾਰ ਕਰ ਰਹੇ ਨੇ। ਸਰਕਾਰ ਨੇ ਫਰਵਰੀ 'ਚ ਨਵੇਂ ਕੈਨੇਡੀਅਨਾਂ ਨੂੰ ਵਰਚੁਅਲ ਜਾਂ ਵਿਅਕਤੀਗਤ ਸਮਾਰੋਹ ਨੂੰ ਛੱਡਣ ਅਤੇ ਮਾਊਸ ਦੇ ਕਲਿੱਕ ਨਾਲ ਸਹੁੰ ਚੁੱਕਣ ਦੀ ਚੋਣ ਕਰਨ ਦੀ ਇਜਾਜ਼ਤ ਦੇਣ ਤੇ ਵਿਚਾਰ ਬਾਰੇ ਮੰਗੀ ਸੀ ਜਨਤਕ ਫੀਡਬੈਕ। ਨਿੱਜਰ ਦੇ ਕਤਲ ਮਗਰੋਂ ਕੈਨੇਡਾ ਤੇ ਭਾਰਤ ਦੇ ਸਬੰਧਾਂ 'ਚ ਆਈ ਕੜਵਾਹਟ ਮਗਰੋਂ ਕੈਨੇਡਾ ਨੇ ਭਾਰਤ ਜਾਣ ਵਾਲੇ ਕੈਨੇਡੀਅਨਜ਼ ਲਈ ਟਰੈਵਲ ਐਡਵਾਈਜ਼ਰੀ ਅਪਡੇਟ ਕੀਤੀ ਹੈ। ਇਸ ਵਿੱਚ ਕੈਨੇਡੀਅਨਜ਼ ਖਿਲਾਫ ਮੁਜ਼ਾਹਰੇ ਹੋਣ ਤੇ ਨਕਾਰਾਤਮਕ ਜਜ਼ਬਾਤ ਭੜਕਣ ਦਾ ਖਦਸ਼ਾ ਪ੍ਰਗਟਾਇਆ ਗਿਆ ਹੈ। ਗਲੋਬਲ ਅਫੇਅਰਸ ਕੈਨੇਡਾ ਵੱਲੋਂ ਭਾਰਤ ਜਾਣ ਵਾਲਿਆਂ ਨੂੰ ਅਹਿਤਿਆਤ ਵਰਤਣ ਦੀ ਗੱਲ ਕਹੀ ਗਈ ਹੈ। ਇਹ ਵੀ ਆਖਿਆ ਗਿਆ ਹੈ ਕਿ ਕੈਨੇਡਾ ਤੇ ਭਾਰਤ ਦੇ ਰਿਸ਼ਤਿਆਂ 'ਚ ਆਈ ਕੜਵਾਹਟ ਕਾਰਨ ਭਾਰਤ ਜਾਣ ਵਾਲੇ ਕੈਨੇਡੀਅਨਜ਼ ਖਿਲਾਫ ਭਾਵਨਾਵਾਂ ਭੜਕ ਸਕਦੀਆਂ ਨੇ, ਇਸ ਲਈ ਕੈਨੇਡੀਅਨਜ਼ ਨੂੰ ਚੌਕਸ ਰਹਿਣਾ ਚਾਹੀਦਾ ਹੈ। ਇਸ ਤਰ੍ਹਾਂ ਦੀ ਨਕਾਰਾਤਮਕਤਾ ਦਾ ਪਤਾ ਸੋਸ਼ਲ ਮੀਡੀਆ ਪੋਸਟਸ ਤੋਂ ਵੀ ਚੱਲਦਾ ਹੈ। ਇਹ ਅਪਡੇਟ ਉਸ ਸਮੇਂ ਆਈ ਹੈ ਜਦੋਂ ਪਿਛਲੇ ਹਫ਼ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੈਨੇਡੀਅਨ ਨਾਗਰਿਕ ਦਾ ਕਤਲ ਕਰਨ ਪਿੱਛੇ ਭਾਰਤ ਸਰਕਾਰ ਦੇ ਏਜੰਟਾਂ ਦਾ ਹੱਥ ਹੋਣ ਦਾ ਦੋਸ਼ ਭਾਰਤ ਤੇ ਲਾਇਆ ਗਿਆ। ਜ਼ਿਕਰਯੋਗ ਹੈ ਕਿ ਸਿੱਖ ਕਾਰਕੁਨ ਹਰਦੀਪ ਸਿੰਘ ਨਿੱਜਰ ਨੂੰ ਜੂਨ ਵਿੱਚ ਸਰੀ BC ਦੇ ਗੁਰਦੁਆਰੇ ਦੇ ਬਾਹਰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ। ਕਤਲ ਦੇ ਸਮੇਂ ਨਿੱਜਰ ਸਿੱਖਾਂ ਦਰਮਿਆਨ ਖਾਲਿਸਤਾਨ ਨੂੰ ਲੈ ਕੇ ਰਾਇਸ਼ੁਮਾਰੀ ਕਰਵਾਉਣ ਲਈ ਸਿੱਖਸ ਫॉर ਜਸਟਿਸ ਨਾਂ ਦੀ ਆਰਗੇਨਾਈਜੇਸ਼ਨ ਨਾਲ ਕੰਮ ਕਰ ਰਿਹਾ ਸੀ। ਉਸ ਦੇ ਕਤਲ 'ਚ ਭਾਰਤ ਸਰਕਾਰ ਦਾ ਹੱਥ ਹੋਣ ਦਾ ਖੁਲਾਸਾ ਕਰਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਭਾਰਤ ਨੂੰ ਇਸ ਮਾਮਲੇ ਦੀ ਜਾਂਚ 'ਚ ਸਾਥ ਦੇਣ ਦਾ ਸੱਦਾ ਵੀ ਦਿੱਤਾ ਗਿਆ ਸੀ। ਫਿਰ ਪਿਛਲੇ ਹਫ਼ਤੇ ਕੈਨੇਡਾ ਨੇ ਭਾਰਤ ਦੇ ਸਫੀਰ ਨੂੰ ਕੱਢ ਦਿੱਤਾ। ਜਵਾਬੀ ਕਾਰਵਾਈ 'ਚ ਭਾਰਤ ਸਰਕਾਰ ਨੇ ਵੀ ਕੈਨੇਡੀਅਨ ਨੁਮਾਇੰਦੇ ਨੂੰ ਕੱਢ ਦਿੱਤਾ। ਇਸ ਉਪਰੰਤ ਭਾਰਤ ਸਰਕਾਰ ਨੇ ਕੈਨੇਡੀਅਨ ਨਾਗਰਿਕਾਂ ਲਈ ਵੀਜ਼ਾ ਸੇਵਾਵਾਂ ਵੀ ਰੋਕ ਦਿੱਤੀਆਂ। ਇਸ ਸਮੇਂ ਦੋਵਾਂ ਦੇਸ਼ਾਂ ਦਰਮਿਆਨ ਤਣਾਅ ਵਧਿਆ ਹੋਇਆ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੱਟੜਪੰਥੀ ਸਿੱਖ ਆਗੂ ਹਰਦੀਪ ਸਿੰਘ ਨਿੱਜਰ ਦੇ ਕਤਲ 'ਚ ਭਾਰਤ ਦੀ ਸ਼ਮੂਲੀਅਤ ਦੇ ਦੋਸ਼ਾਂ ਤੋਂ ਬਾਅਦ ਕਈ ਖਾਲਿਸਤਾਨ ਸਮਰਥਕਾਂ ਨੇ ਕੈਨੇਡੀਅਨ ਸ਼ਹਿਰਾਂ ਵੈਨਕੂਵਰ, ਓਟਾਵਾ ਤੇ ਟੋਰਾਂਟੋ 'ਚ ਭਾਰਤੀ ਡਿਪਲੋਮੈਟਿਕ ਮਿਸ਼ਨਾਂ ਦੇ ਬਾਹਰ ਰੈਲੀਆਂ ਕੀਤੀਆਂ। ਡਾਊਨਟਾਊਨ ਵੈਨਕੂਵਰ 'ਚ ਪ੍ਰਦਰਸ਼ਨਕਾਰੀ ਭਾਰਤ ਦੇ ਕੌਂਸਲ ਜਨਰਲ ਦੇ ਬਾਹਰ ਇਕੱਠੇ ਹੋਏ ਤੇ ਖਾਲਿਸਤਾਨੀ ਪੱਖੀ ਨਾਅਰੇਬਾਜ਼ੀ ਕੀਤੀ। ਟੋਰਾਂਟੋ ਤੇ ਓਟਾਵਾ ਵਿੱਚ ਵੀ ਭਾਰਤੀ ਹਾਈ ਕਮਿਸ਼ਨ ਦੇ ਸਾਹਮਣੇ ਪ੍ਰਦਰਸ਼ਨ ਕਰਦਿਆਂ ਭਾਰਤ ਨੂੰ ਨਿੱਜਰ ਦੇ ਕਤਲ ਦੀ ਜਾਂਚ 'ਚ ਕੈਨੇਡੀਅਨ ਸਰਕਾਰ ਨਾਲ ਸਹਿਯੋਗ ਕਰਨ ਦਾ ਸੱਦਾ ਦਿੱਤਾ ਗਿਆ। ਸਿੱਖਸ ਫॉर ਜਸਟਿਸ ਵੱਲੋਂ ਵਿਰੋਧ ਦੇ ਐਲਾਨ ਤੋਂ ਬਾਅਦ ਕੈਨੇਡਾ ਦੇ ਓਟਾਵਾ, ਟੋਰਾਂਟੋ ਤੇ ਵੈਨਕੂਵਰ 'ਚ ਭਾਰਤੀ ਹਾਈ ਕਮਿਸ਼ਨ ਦੀ ਸੁਰੱਖਿਆ ਨੂੰ ਸਖਤ ਕਰਦੇ ਹੋਏ ਬੈਰੀਕੇਡਸ ਲਾ ਦਿੱਤੇ ਗਏ ਸਨ। ਸਿੱਖਸ ਫॉर ਜਸਟਿਸ ਨੇ ਡੈਥ ਟੂ ਇੰਡੀਆ ਬਾਲਕਨਾਈਜ਼ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਸੰਗਠਨ ਨੇ ਕੈਨੇਡਾ ਦੇ ਵੱਡੇ ਸ਼ਹਿਰਾਂ 'ਚ ਭਾਰਤੀ ਡਿਪਲੋਮੈਟਿਕ ਮਿਸ਼ਨਾਂ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ। ਇਸ ਤੋਂ ਇਲਾਵਾ ਸਥਿਤੀ ਤੇ ਨਜ਼ਰ ਰੱਖਣ ਲਈ ਸਥਾਨਕ ਪੁਲਿਸ ਤੇ ਸੰਘੀ ਪੁਲਿਸ ਦੇ ਜਵਾਨ ਵੀ ਤੈਨਾਤ ਕੀਤੇ ਗਏ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਬ੍ਰਿਟਿਸ਼ ਕੋਲੰਬੀਆ 'ਚ ਹਰਦੀਪ ਸਿੰਘ ਨਿੱਜਰ ਦੀ ਹੱਤਿਆ 'ਚ ਭਾਰਤ ਦੇ ਸੰਭਾਵੀ ਸਬੰਧ ਦੇ ਦੋਸ਼ ਲਗਾਉਣ ਦੇ ਇੱਕ ਹਫ਼ਤੇ ਬਾਅਦ ਇੱਕ ਖਾਲਿਸਤਾਨ ਸਮਰਥਕ ਸਮੂਹ ਨੇ ਆਪਣੇ ਮੈਂਬਰਾਂ ਤੋਂ ਵਿਰੋਧ ਪ੍ਰਦਰਸ਼ਨ ਕਰਨ ਦਾ ਸੱਦਾ ਦਿੱਤਾ ਸੀ। ਨੈਸ਼ਨਲ ਡੈਮੋਕ੍ਰੈਟਿਕ ਪਾਰਟੀ ਦੇ ਹਾਊਸ ਲੀਡਰ ਪੀਟਰ ਜੂਲੀਅਨ ਨੇ ਹਾਊਸ ਆਫ ਕਾਮਨਸ ਦੇ ਸਪੀਕਰ ਐਂਥਨੀ ਰੋਟਾ ਤੋਂ ਅਸਤੀਫੇ ਦੀ ਮੰਗ ਕੀਤੀ ਹੈ। ਅਸਲ 'ਚ ਯੂਕਰੇਨੀ ਰਾਸ਼ਟਰਪਤੀ ਦਾ ਕੈਨੇਡੀਅਨ ਪਾਰਲੀਮੈਂਟ 'ਚ ਸੰਬੋਧਨ ਸੁਣਨ ਲਈ ਸਪੀਕਰ ਵੱਲੋਂ ਇੱਕ ਅਜਿਹੇ ਵਿਅਕਤੀ ਨੂੰ ਸੱਦਾ ਦਿੱਤਾ ਜਾਣਾ ਜਿਸ ਨੇ ਨਾਜ਼ੀਆਂ ਦੀ ਯੂਨਿਟ 'ਚ ਕੰਮ ਕੀਤਾ ਹੋਵੇ ਤੋਂ ਬਾਅਦ ਇਹ ਮਾਮਲਾ ਸੁਰਖੀਆਂ 'ਚ ਆਇਆ। ਓਨਟਾਰੀਓ ਦੇ ਨਾਰਥ ਬੇ 'ਚ ਰਹਿਣ ਵਾਲੇ 98 ਸਾਲ ਦੇ ਯਾਰੋਸਲੇਵ ਹੁੰਕਾ ਇੱਕ ਯੂਕਰੇਨੀ ਕੈਨੇਡੀਅਨ ਅਤੇ ਇੱਕ ਸਾਬਕਾ ਫੌਜੀ ਹੈ ਜੋ ਨਾਜ਼ੀਆਂ ਨਾਲ ਜੁੜੇ ਯੂਨਿਟ 'ਚ ਤੈਨਾਤ ਸੀ। ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੈਂਸਕੀ ਦਾ ਭਾਸ਼ਣ ਸੁਣਨ ਲਈ ਐਂਥਨੀ ਨੇ ਹੁੰਕਾ ਨੂੰ ਸੱਦਾ ਦਿੱਤਾ ਸੀ ਤੇ ਇਸ ਦੌਰਾਨ ਐਂਥਨੀ ਨੇ ਉਸ ਨੂੰ ਯੂਕਰੇਨੀ ਹੀਰੋ ਅਤੇ ਕੈਨੇਡੀਅਨ ਹੀਰੋ ਵੀ ਆਖਿਆ ਸੀ, ਜਿਸ ਦੇ ਮਗਰੋਂ ਲੋਕ ਉਸ ਦੇ ਸਨਮਾਨ 'ਚ ਖੜੇ ਹੋ ਗਏ। ਪਾਰਟੀ ਦੇ ਹਾਊਸ ਲੀਡਰ ਪੀਟਰ ਜੂਲੀਅਨ ਨੇ ਕਿਹਾ ਕਿ ਇਹ ਇੱਕ ਮੁਆਫੀਯੋਗ ਗਲਤੀ ਨਹੀਂ ਹੈ, ਇਹ ਗਲਤੀ ਪੂਰੇ ਸਦਨ ਨੂੰ ਬਦਨਾਮ ਕਰਦੀ ਹੈ ਤੇ ਮੇਰਾ ਮੰਨਣਾ ਹੈ ਕਿ ਇਸ ਨਾਲ ਇੱਕ ਪਵਿੱਤਰ ਵਿਸ਼ਵਾਸ ਟੁੱਟ ਗਿਆ ਹੈ।
ਹਾਊਸ 'ਚ ਸਰਕਾਰ ਦੀ ਲੀਡਰ ਕਰੀਨਾ ਗੋਲਡ ਨੇ ਹੁੰਕਾ ਨੂੰ ਦਿੱਤੇ ਗਏ ਸੱਦੇ ਨੂੰ ਬੇहद ਸ਼ਰਮਨਾਕ ਆਖਿਆ ਤੇ ਇਸ ਨੂੰ ਪਾਰਲੀਮੈਂਟ ਦੇ ਰਿਕਾਰਡ 'ਚੋਂ ਵੀ ਬਾਹਰ ਕਰਨ ਦੀ ਮੰਗ ਕੀਤੀ। ਕਰੀਨਾ ਨੇ ਕਿਹਾ ਕਿ ਨਾ ਤਾਂ ਕੈਨੇਡਾ ਸਰਕਾਰ ਤੇ ਨਾ ਹੀ ਯੂਕਰੇਨੀ ਵਫਦ ਨੂੰ ਹੁੰਕਾ ਨੂੰ ਸੱਦਾ ਦਿੱਤੇ ਜਾਣ ਬਾਰੇ ਕੋਈ ਜਾਣਕਾਰੀ ਸੀ। ਕੰਜ਼ਰਵੇਟਿਵ ਹਾਊਸ ਲੀਡਰ ਐਂਡਰੂ ਸ਼ੀਅਰ ਪ੍ਰਧਾਨ ਮੰਤਰੀ ਦਫ਼ਤਰ ਤੇ ਦੋਸ਼ ਮੜ ਰਹੇ ਨੇ ਕਿ ਸੁਰੱਖਿਆ ਕਾਰਨਾਂ ਕਰਕੇ ਅਜਿਹੇ ਹਾਈ ਪ੍ਰੋਫਾਈਲ ਸਮਾਗਮ 'ਚ ਹਾਜ਼ਰ ਹੋਣ ਵਾਲੇ ਲੋਕਾਂ ਦੀ ਪੜਚੋਲ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਸੀ। ਜੂਲੀਅਨ ਨੇ ਸਦਨ ਨੂੰ ਕਿਹਾ ਕਿ ਐਂਥਨੀ ਦੀ ਇਹ ਗਲਤੀ ਮੁਆਫੀਯੋਗ ਨਹੀਂ ਹੈ ਤੇ ਇਸ ਨੇ ਪਵਿੱਤਰ ਵਿਸ਼ਵਾਸ ਨੂੰ ਤੋੜ ਦਿੱਤਾ ਤੇ ਸਪੀਕਰ ਨੂੰ ਪਾਰਲੀਮੈਂਟ ਦੇ ਭਲੇ ਲਈ ਅਸਤੀਫਾ ਦੇਣਾ ਚਾਹੀਦਾ ਹੈ। ਉਧਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੋਮਵਾਰ ਨੂੰ ਕਿਹਾ ਕਿ ਨਾਜ਼ੀ ਯੂਨਿਟ 'ਚ ਤੈਨਾਤ ਯੂਕਰੇਨ ਦੇ ਸਾਬਕਾ ਸੈਨਿਕ ਨੂੰ ਯੂਕਰੇਨ ਦੇ ਰਾਸ਼ਟਰਪਤੀ ਦੇ ਸਨਮਾਨ 'ਚ ਰੱਖੇ ਗਏ ਸੰਸਦੀ ਸਮਾਗਮ 'ਚ ਬੁਲਾਉਣ ਦਾ ਫੈਸਲਾ ਬੇहद ਸ਼ਰਮਨਾਕ ਸੀ। ਹਾਊਸ ਆਫ ਕਾਮਨਸ 'ਚ ਸਪੀਕਰ ਐਂਥਨੀ ਰੋਟਾ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ। ਦਰਅਸਲ ਯੂਕਰੇਨੀ ਰਾਸ਼ਟਰਪਤੀ ਦਾ ਕੈਨੇਡੀਅਨ ਪਾਰਲੀਮੈਂਟ 'ਚ ਸੰਬੋਧਨ ਸੁਣਨ ਲਈ ਸਪੀਕਰ ਨੇ 98 ਸਾਲ ਦੇ ਯਰੋਸਲੇਵ ਹੁਨਕਾ ਨੂੰ ਵੀ ਸੱਦਾ ਦਿੱਤਾ ਸੀ। ਹੁਨਕਾ ਇੱਕ ਯੂਕਰੇਨੀ ਕੈਨੇਡੀਅਨ ਹੈ ਤੇ ਉਹ ਦੂਸਰੇ ਵਿਸ਼ਵ ਯੁੱਧ ਦੌਰਾਨ ਇੱਕ ਸੈਨਿਕ ਵਜੋਂ ਨਾਜ਼ੀਆਂ ਨਾਲ ਜੁੜੇ ਯੂਨਿਟ 'ਚ ਤੈਨਾਤ ਸੀ। ਪਾਰਲੀਮੈਂਟ 'ਚ ਸਮਾਗਮ ਦੌਰਾਨ ਐਂਥਨੀ ਨੇ ਹੁਨਕਾ ਨੂੰ ਯੂਕਰੇਨੀ ਹੀਰੋ ਤੇ ਕੈਨੇਡੀਅਨ ਹੀਰੋ ਵੀ ਆਖਿਆ, ਜਿਸ ਤੋਂ ਬਾਅਦ ਹੁਨਕਾ ਨੂੰ ਸਟੈਂਡਿੰਗ ਓਵੇਸ਼ਨ ਮਿਲੀ, ਭਾਵ ਲੋਕ ਉਸ ਦੇ ਸਨਮਾਨ 'ਚ ਖੜੇ ਹੋਏ। ਟਰੂਡੋ ਨੇ ਕਿਹਾ ਇਹ ਬਹੁਤ ਹੀ ਦੁਖਦਾਈ ਹੈ ਕਿ ਅਜਿਹਾ ਹੋਇਆ। ਸਪੀਕਰ ਨੇ ਆਪਣੀ ਗਲਤੀ ਮੰਨ ਲਈ ਹੈ ਤੇ ਮੁਆਫੀ ਮੰਗੀ ਹੈ, ਪਰ ਇਹ ਕੁਝ ਅਜਿਹਾ ਹੈ ਜੋ ਕੈਨੇਡਾ ਦੀ ਪਾਰਲੀਮੈਂਟ ਲਈ ਅਤੇ ਸਾਰੇ ਕੈਨੇਡੀਅਨ ਲਈ ਬਹੁਤ ਸ਼ਰਮਨਾਕ ਹੈ। ਟਰੂਡੋ ਨੇ ਅਗਾਹ ਕੀਤਾ ਕਿ ਇਹ ਘਟਨਾ ਰੂਸੀ ਦੁਸ਼ਟ ਪ੍ਰਚਾਰ ਨੂੰ ਵਧਾ ਸਕਦੀ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾਅਵਾ ਕਰਦੇ ਹਨ ਕਿ ਯੂਕਰੇਨ ਸੰਘਰਸ਼ ਦਰਅਸਲ ਨਾਜ਼ੀਆਂ ਨੂੰ ਜੜੋਂ ਪੁੱਟਣ ਬਾਰੇ ਹੈ। It's going to be really important that all of us push back against Russian propaganda, Russian disinformation, and continue our steadfast and unequivocal support for Ukraine, as we did last week with announcing further measures to stand with Ukraine in Russia's illegal war against it. ਇਸ ਸਭ ਦਰਮਿਆਨ ਸੋਮਵਾਰ ਨੂੰ ਪਾਰਲੀਮੈਂਟ ਦੀ ਕਾਰਵਾਈ ਸ਼ੁਰੂ ਹੋਣ ਤੇ ਸਪੀਕਰ ਐਂਥਨੀ ਰੋਟਾ ਨੇ ਐਮਪੀਜ਼ ਤੋਂ ਮੁਆਫੀ ਵੀ ਮੰਗੀ। ਐਂਥਨੀ ਨੇ ਕਿਹਾ ਕਿ ਮੈਨੂੰ ਬਹੁਤ ਅਫਸੋਸ ਹੈ ਕਿ ਮੈਂ ਆਪਣੀ ਹਰਕਤ ਅਤੇ ਟਿੱਪਣੀਆਂ ਨਾਲ ਬਹੁਤ ਸਾਰੇ ਲੋਕਾਂ ਨੂੰ ਨਾਰਾਜ਼ ਕੀਤਾ। ਇਹ ਪਹਿਲ ਪੂਰੀ ਤਰ੍ਹਾਂ ਨਾਲ ਮੇਰੀ ਆਪਣੀ ਸੀ। ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਮੇਰਾ ਇਰਾਦਾ ਹਾਊਸ ਨੂੰ ਸ਼ਰਮਿੰਦਾ ਕਰਨਾ ਨਹੀਂ ਸੀ। ਸਰਕਾਰ ਦੀ ਹਾਊਸ ਲੀਡਰ ਕਰੀਨਾ ਗੋਲਡ ਨੇ ਆਖਿਆ ਕਿ ਇਹ ਕਦਮ ਬਹੁਤ ਹੀ ਸ਼ਰਮਿੰਦਾ ਕਰਨ ਵਾਲਾ ਸੀ। ਉਹ ਚਾਹੁੰਦੀ ਹੈ ਕਿ ਕਿਸੇ ਤਰ੍ਹਾਂ ਇਸ ਇਤਿਹਾਸ ਦੇ ਪੰਨਿਆਂ 'ਚੋਂ ਹਟਾ ਦਿੱਤਾ ਜਾਵੇ। ਜ਼ਿਕਰਯੋਗ ਹੈ ਕਿ ਹੁਨਕਾ ਨੂੰ ਹਾਊਸ ਆਫ ਕਾਮਨਸ 'ਚ ਐਮਪੀਜ਼ ਵੱਲੋਂ ਖੜੇ ਹੋ ਕੇ ਤਾੜੀਆਂ ਵਜਾ ਕੇ ਸਨਮਾਨਿਤ ਕੀਤੇ ਜਾਣ ਤੋਂ ਬਹੁਤੇ ਐਮਪੀ ਖਫਾ ਹਨ। ਕੈਨੇਡਾ ਦੇ ਨਵੇਂ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦਾ ਕਹਿਣਾ ਹੈ ਕਿ ਉਹ ਅਜੇ ਵੀ ਇੱਕ ਵਿਵਾਦਪੂਰਨ ਵਿਕਲਪ ਤੇ ਵਿਚਾਰ ਕਰ ਰਹੇ ਨੇ ਕਿ ਨਵੇਂ ਕੈਨੇਡੀਅਨਾਂ ਨੂੰ ਇੱਕ ਬਟਨ ਦਬਾਉਣ ਨਾਲ ਨਾਗਰਿਕਤਾ ਦੀ ਸਹੁੰ ਚੁੱਕਣ ਦੀ ਇਜਾਜ਼ਤ ਦਿੱਤੀ ਜਾਵੇ, ਪਰ ਇਸ ਨੂੰ ਲਾਗੂ ਕਰਨ ਦੀ ਕੋਈ ਤੁਰੰਤ ਯੋਜਨਾ ਨਹੀਂ ਹੈ। ਸਰਕਾਰ ਨੇ ਫਰਵਰੀ 'ਚ ਨਵੇਂ ਕੈਨੇਡੀਅਨਾਂ ਨੂੰ ਵਰਚੁਅਲ ਜਾਂ ਵਿਅਕਤੀਗਤ ਸਮਾਰੋਹ ਨੂੰ ਛੱਡਣ ਅਤੇ ਮਾਊਸ ਦੇ ਕਲਿੱਕ ਨਾਲ ਸਹੁੰ ਚੁੱਕਣ ਦੀ ਚੋਣ ਕਰਨ ਦੀ ਇਜਾਜ਼ਤ ਦੇਣ ਦੇ ਵਿਚਾਰ ਬਾਰੇ ਜਨਤਕ ਫੀਡਬੈਕ ਮੰਗੀ ਸੀ। ਆਨਲਾਈਨ ਪੋਸਟ ਕੀਤੇ ਗਏ ਸਲਾਹ ਮਸ਼ਵਰੇ ਦੇ ਦਸਤਾਵੇਜ਼ਾਂ 'ਚ ਕਿਹਾ ਗਿਆ ਕਿ ਨਵੇਂ ਨਿਯਮ ਦੇ ਜੂਨ 2023 'ਚ ਲਾਗੂ ਹੋਣ ਦੀ ਉਮੀਦ ਸੀ, ਪਰ ਸਰਕਾਰ ਉਦੋਂ ਤੋਂ ਆਪਣੀਆਂ ਯੋਜਨਾਵਾਂ ਬਾਰੇ ਚੁੱਪ ਰਹੀ। ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਸੋਮਵਾਰ ਨੂੰ ਕਿਹਾ ਕਿ ਵਿਭਾਗ ਅਜੇ ਵੀ ਇਸ 'ਤੇ ਵਿਚਾਰ ਕਰ ਰਿਹਾ ਤੇ ਉਹਨਾਂ ਦਾ ਮੰਨਣਾ ਹੈ ਕਿ ਇਹ ਇੱਕ ਚੰਗਾ ਵਿਚਾਰ ਹੈ। ਸੋਮਵਾਰ ਨੂੰ ਸੰਸਦ ਪ੍ਰਸ਼ਨ ਪੀਰੀਅਡ 'ਚ ਪ੍ਰਵੇਸ਼ ਕਰਦਿਆਂ ਮਿਲਰ ਨੇ ਕਿਹਾ, ਤੁਸੀਂ ਇਹਨਾਂ ਪਲਾਂ ਨੂੰ ਹਲਕੇ ਤੌਰ ਤੇ ਨਹੀਂ ਲੈਣਾ ਚਾਹੁੰਦੇ, ਪਰ ਸਾਨੂੰ ਤਕਨੀਕੀ ਵਿਕਲਪਾਂ ਦੀ ਲੋੜ ਹੈ। ਉਹਨਾਂ ਕਿਹਾ 21ਵੀਂ ਸਦੀ ਦੇ ਅਨੁਕੂਲ ਨਾ ਹੋਣ ਕਾਰਨ ਵਿਭਾਗ ਦੀ ਆਲੋਚਨਾ ਕੀਤੀ ਗਈ ਹੈ ਤੇ ਇਹ ਵਿਕਲਪ ਇੱਕ ਹੈ ਜੋ ਮੈਨੂੰ ਲੱਗਦਾ ਹੈ ਕਿ ਸਾਨੂੰ ਸੁਰੱਖਿਅਤ ਰੱਖਣਾ ਚਾਹੀਦਾ ਹੈ। ਮਿਲਰ ਨੇ ਕਿਹਾ ਕਿ ਇਹ ਉਹਨਾਂ ਲੋਕਾਂ ਲਈ ਖਾਸ ਤੌਰ ਤੇ ਮਹੱਤਵਪੂਰਨ ਹੈ ਜੋ ਦੂਰ ਦੁਰਾਡੇ ਜਾਂ ਪੇਂਡੂ ਭਾਈਚਾਰਿਆਂ 'ਚ ਰਹਿੰਦੇ ਨੇ, ਜਿਨ੍ਹਾਂ ਨੂੰ ਆਪਣੀ ਸਹੁੰ ਚੁੱਕਣ ਲਈ ਲੰਬੀ ਦੂਰੀ ਤੈਅ ਕਰਨੀ ਪੈਂਦੀ ਹੈ। ਇਸ ਸਾਲ ਦੀ ਸ਼ੁਰੂਆਤ 'ਚ ਤਤਕਾਲੀ ਇਮੀਗ੍ਰੇਸ਼ਨ ਮੰਤਰੀ ਸੋ ਫਰੇਜ਼ਰ ਨੇ ਇਸ ਵਿਚਾਰ ਨੂੰ ਆਪਣੀ ਨਾਗਰਿਕਤਾ ਦੀ ਉਡੀਕ ਕਰ ਰਹੇ ਲੋਕਾਂ ਦੇ ਬੈਕਲੌਗ ਰਾਹੀਂ ਕੰਮ ਕਰਨ 'ਚ ਮਦਦ ਕਰਨ ਲਈ ਇੱਕ ਅਸਥਾਈ ਵਿਕਲਪ ਵਜੋਂ ਵਿਚਾਰ ਪੇਸ਼ ਕੀਤਾ ਸੀ। ਸਰਕਾਰੀ ਸਲਾਹ ਮਸ਼ਵਰੇ ਦੇ ਦਸਤਾਵੇਜ਼ਾਂ 'ਚ ਕਿਹਾ ਗਿਆ ਕਿ ਇਸ ਤਬਦੀਲੀ ਨਾਲ ਲੋਕਾਂ ਨੂੰ ਪ੍ਰੋਸੈਸਿੰਗ ਸਮੇਂ 'ਚ 3 ਮਹੀਨਿਆਂ ਤੱਕ ਦੀ ਬਚਤ ਹੋਣ ਦੀ ਉਮੀਦ ਹੈ। ਕੈਨੇਡਾ ਵੱਲੋਂ 18 ਸਾਲ ਤੇ ਇਸ ਤੋਂ ਉੱਪਰ ਦੇ ਸਿਹਤਮੰਦ ਬਾਲਗਾਂ ਨੂੰ ਈਬੋਲਾ ਦੀ ਰੋਕਥਾਮ ਲਈ ਵੈਕਸੀਨ ਦੇਣ ਦੀ ਮਨਜ਼ੂਰੀ ਦਿੱਤੀ ਗਈ ਹੈ। ਇਹ ਵੈਕਸੀਨ ਉਹਨਾਂ ਔਰਤਾਂ ਨੂੰ ਵੀ ਦਿੱਤੀ ਜਾ ਸਕੇਗੀ ਜਿਹੜੀਆਂ ਗਰਭਵਤੀ ਨਹੀਂ ਹਨ। ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਦਾ ਕਹਿਣਾ ਹੈ ਕਿ ਕੈਨੇਡਾ 'ਚ ਈਬੋਲਾ ਵਾਇਰਸ ਦੀ ਚਪੇਟ 'ਚ ਆਉਣ ਵਾਲੇ ਸ਼ਖਸ ਨੂੰ ਸਿੰਗਲ ਡੋਜ਼ ਵਾਲੀ ਅਰਵੀਬੋ ਵੈਕਸੀਨ ਦਿੱਤੀ ਜਾ ਸਕੇਗੀ।
ਏਜੰਸੀ ਦਾ ਇਹ ਵੀ ਕਹਿਣਾ ਹੈ ਕਿ ਇਹ ਸ਼ਾਟ ਰੂਟੀਨ ਇਮਿਊਨਾਈਜੇਸ਼ਨ ਲਈ ਨਹੀਂ ਬਣਿਆ ਤੇ ਨਾ ਹੀ ट्रैवल तो पहला करवाए जाने वाले टीकाकरण लिए ही इस दी वरतों की जा सकती है। एजेंसी ने यह भी आख्या कि लैब ਜਾਂ हैल्थ केयर सैटिंग च इबोला वायरस की चपेट च आने वाली गर्भवती औरतां या इम्यूनो कंप्रोमाइज्ड लोगों बच्चों ਜਾਂ बहुत निक्के बच्चों ਨੂੰ ਇਹ टीका लाने बारे फिर भी सोचा जा सकता है। PHAC ने आख्या है कि यह वैक्सीन उहो ਜਿਹੇ हालातों में भी वरती जा सकती है ਜਦੋਂ हैल्थ केयर वर्करस सीधे तौर पर अजिहे लोगों की साਂਭ संभाल कर रहे होण जिन्होंने दस्त उल्टियां लगियां होण बुखार होवे ते अंदरूनी खूनी रिसाव हो रहा होवे। इबोला संक्रमण नाल फैलण वाली बीमारी है जिस दे फ्लू वर्गे लक्षण हुंदे ने ते यह बॉडी फ्लूइड्स जिवें कि खून ते सलाइवा आदि नाल एक व्यक्ति तो दूजे तक फैलदी है। 1970 तो इस ने कई अफ्रीकी मुल्कों के लोगों को प्रभावित किया है। मरीज़ नूं हाइड्रेट रखने लिए चीज़ां दित्तियां जांदियां ने पर इसका कोई पक्का इलाज नहीं है। RCMP का कहना है कि वह रॉक्सम रोड ते स्थित अपनी चौकी का कामकाज समाप्त कर रही है। रॉक्सम रोड उपर लंबे समय तो एक अनियमित बॉर्डर क्रॉसिंग बन गई सी जिस राही अमरीका तो पैदल आउंदे हज़ारां पनाहगीर कैनेडा च दाखिल हुंदे रहे सन। मार्च च प्रधानमंत्री जस्टिन ट्रूडो ते अमरीकी राष्ट्रपति ने कैनेडा ਅਤੇ अमरीका दरमियान नवीं सहमति ऐलानी सी जिस तहत अमरीका तो अणअधिकारत सरहदी लांघियां जिवें रॉक्सम रोड राही कैनेडा आउण वाले पनाहगीरां नूं बॉर्डर तो वापस मोड़न की व्यवस्था बनाई गई सी। नवें समझौते च सेफ थर्ड कंट्री एग्रीमेंट के उस नुक्स नूं दूर किया गया जिस तहत अमरीका तो अणअधिकारत पोर्ट ऑफ एंट्री राही कैनेडा आउण वाले प्रवासियों नूं पनाह की अर्जी लाउण की इजाजत सी। हुण पनाहगीरां नूं दोवें देशां चों पहिलां पहुंचे देश विच पनाह की अर्जी लाउणा जरूरी कर दिता गया है। मार्च तो पहिलां यह समझौता सिर्फ अधिकारत सरहदी लांघिਆਂ ते ही लागू सी। RCMP द्वारा सोमवार नूं जारी किए गए अंकड़ियां अनुसार अधिकारियों ने 2017 तो हुण तक रॉक्सम रोड ते 1,13,000 लोगों नूं रोकिया है। सार्जेंट चार्ल्स पियरिए ने कहा है सेफ थर्ड कंट्री एग्रीमेंट च तब्दीलियां करन तो बाद रॉक्सम रोड तो लंघण वाले प्रवासियों की गिणती घट गई है तो इत्थे साडी मौजूदगी की हुण कोई लोड़ नहीं है। पोएरिए ने कहा है कि रॉक्सम रोड ते अपनियां फैसिलिटीज़ नूं हटाउण दा मतलब है कि RCMP की हुण रॉक्सम रोड ते निरंतर मौजूदगी नहीं रहेगी। इसकी बजाय ये नियमित गश्त और कैमरे की निगरानी ते निर्भर करेगी। बुलारे ने कहा कि रॉक्सम रोड ते ये फैसिलिटीज़ 3 तो 5 साल तक चलणियां सन। पैदल आवाजाही विच कमी ते सहूलतां नूं अपग्रेड करन दी लागत नाल RCMP ने इन्हां नूं बंद करन दा फैसला लिया है। पोएरिए ने यह भी नहीं दस्सिया कि अणअधिकारत सरहदी लांघे ते नियंत्रण मौजूदगी लई RCMP लई कितना खर्चा आउंदा सी पर उसने कहा कि यह लागत मिलियंस विच सी। सोमवार दोपहर नूं दरहाम कॉलेज के विटबी कैंपस च एक व्यक्ति उत्ते चाकू नाल कीते गए वार तो बाद लाए गए लॉकडाउन नूं हटा दिता गया। शामी 5 बजे तो बाद दरहाम रीजनल पुलिस ने ऐलान किया कि हाईवे 401 ते थिक्सन रोड साउथ के पूरब च स्थित 1690 चैंपलिन एवेन्यू कैंपस विखे लॉकडाउन लाया गया। 30 मिनट बाद ही पुलिस ने यह लॉकडाउन हटा दिता। एक ट्वीट च दरहाम कॉलेज ने आख्या कि कल तो क्लासां आम शेड्यूल अनुसार ही शुरू होणगियां पर शाम दीयां क्लासां रद्द कीतियां जांदियां ने। यह भी आख्या गया कि कैंपस कम्यूनिटी नूं कोई खतरा नहीं है। इस दौरान पुलिस वालों छुरेबाजी की सही लोकेशन की शनाख्त नहीं सी की जा सकी। उन्होंने वालों ये जरूर आख्या गया कि छुरेबाजी का शिकार हुए व्यक्ति की हालत नाजुक नहीं है, उसनों इलाज लिए हस्पताल ले जाया गया। क्यूबिक सूबाई पुलिस का कहना है कि क्यूबिक के हेठले उत्तरी तट ते ला ताबातिरे दे नेड़े सोमवार सवेरे मच्छियां फड़न वाली एक किश्ती के डुੱਬਣ कारण 3 लोगों की मौत हो गई। उत्थे इस हादसे 3 लोगों को बचा भी लिया गया तो इस मगरों इलाज लिए उन्होंने न्यू फाउंडलैंड ते लैब्राडोर के कॉर्नर ब्रुक हस्पताल च दाखिल करवाया गया है। कैनेडियन तट रक्षक का कहना है कि एक किश्ती 18 मीटर लंबी सिल्वर कोंडोर सी ते इसनूं साल 1983 च बनाया गया सी। 2005 च इसका पुनर्निर्माण किया गया सी। किश्ती च सवार सारे पीड़ित ब्लैंक सबलोन तो सन। इस हादसे के ब्लैंक समलोन के मेयर एंड्रयू एथरीज ने दुख प्रगटाते हुए कहा कि यह यकीनी तौर पर भाईचारे के लोगों लिए मुश्किल की घड़ी है। कैनेडियन तट रक्षक ने दस्सिया कि उन्होंने सोमवार तड़के करीब 2:30 ते इस किश्ती तो संकट के संकेत मिले। इस मगरों 2 तट रक्षत जहाज़ और एक आर्मड फोर्सेज
ਕੌਰਮੋਰੈਂਟ ਹੈਲੀਕਾਪਟਰ ਨੂੰ ਘਟਨਾ ਵਾਲੀ ਥਾਂ ਤੇ ਭੇਜਿਆ ਗਿਆ। ਕਿਸ਼ਤੀ ਤੱਟ ਤੋਂ ਲਗਭਗ 25 ਕਿਲੋਮੀਟਰ ਦੂਰ ਸੇਂਟ ਲਾਰੈਂਸ ਦੀ ਖਾੜੀ 'ਚ ਡੁੱਬ ਗਈ। ਹਾਲਾਂਕਿ ਇਸ ਦੇ ਡੁੱਬਣ ਦਾ ਕਾਰਨ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕਿਊਬਿਕ ਕੋਰੋਨਰ ਦੇ ਨਾਲ-ਨਾਲ ਸੂਬੇ ਦੇ ਲੇਬਰ ਬੋਰਡ ਵੱਲੋਂ ਵੀ ਕੀਤੀ ਜਾਵੇਗੀ। ਨਿਊਯਾਰਕ ਟਾਈਮਜ਼ ਦੀ ਰਿਪੋਰਟ ਅਨੁਸਾਰ ਭਾਰਤੀ ਅਮਰੀਕਨ ਲਗਭਗ 2.1 ਮਿਲੀਅਨ ਜਾਂ 13.4 ਮਿਲੀਅਨ ਏਸ਼ੀਅਨ ਅਮਰੀਕਨਾਂ ਚੋਂ ਲਗਭਗ 16% ਵੋਟ ਪਾਉਣ ਦੇ ਯੋਗ ਹਨ ਅਤੇ ਚੀਨੀ ਅਤੇ ਫਿਲੀਪੀਨੋ ਅਮਰੀਕੀਆਂ ਤੋਂ ਬਾਅਦ ਏਸ਼ੀਆਈ ਮੂਲ ਦੀ ਤੀਜੀ ਸਭ ਤੋਂ ਵੱਡੀ ਆਬਾਦੀ ਹੈ। ਪਿਊ ਰਿਸਰਚ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਭਾਰਤੀ ਅਮਰੀਕੀਆਂ ਨੇ ਕਿਸੇ ਵੀ ਹੋਰ ਏਸ਼ੀਆਈ ਅਮਰੀਕੀ ਉਪ ਸਮੂਹ ਨਾਲੋਂ ਵਧੇਰੇ ਲੋਕਤੰਤਰੀ ਹੋਣ ਦਾ ਰੁਝਾਨ ਰੱਖਿਆ ਹੈ। ਰਿਪੋਰਟ 'ਚ ਸ਼ਾਮਲ ਕੀਤਾ ਗਿਆ ਕਿ ਭਾਰਤੀ ਅਮਰੀਕੀ ਵੋਟਰਾਂ ਦੀ ਇੱਕ ਛੋਟੀ ਪ੍ਰਤੀਸ਼ਤਤਾ ਹੈ ਜੋ ਉਹ ਅਜੇ ਵੀ ਫਲੋਰੀਡਾ, ਪੈਨਸਿਲਵੇਨੀਆ, ਮਿਸ਼ੀਗਨ ਤੇ ਨੇਵਾਡਾ ਵਰਗੇ ਸਵਿੰਗ ਰਾਜਾਂ ਅਤੇ ਜਾਮਨੀ ਹਲਕਿਆਂ 'ਚ ਵੱਡਾ ਫਰਕ ਲਿਆ ਸਕਦੇ ਨੇ। ਨਿਊਯਾਰਕ ਟਾਈਮਜ਼ ਦੀ ਰਿਪੋਰਟ 'ਚ ਇਹ ਵੀ ਕਿਹਾ ਗਿਆ ਕਿ ਇੰਟਰਵਿਊ ਲਈ ਗਏ ਬਹੁਤ ਸਾਰੇ ਭਾਰਤੀ ਅਮਰੀਕੀਆਂ ਨੇ ਦੋਵਾਂ ਉਮੀਦਵਾਰਾਂ ਦੁਆਰਾ ਲਏ ਗਏ ਸਖਤ ਰੁਖ ਤੇ ਨਿਰਾਸ਼ਾ ਜ਼ਾਹਰ ਕੀਤੀ ਹੈ। ਇਹ ਨੋਟ ਕੀਤਾ ਗਿਆ ਕਿ ਬਹੁਤ ਸਾਰੇ ਵੋਟਰ ਚਿੰਤਤ ਸਨ ਕਿ ਰਾਮਾਸਵਾਮੀ ਦੀ ਸਿੱਖਿਆ ਵਿਭਾਗ ਨੂੰ ਖਤਮ ਕਰਨ ਦੀ ਸਹੁੰ ਉਹਨਾਂ ਸੰਸਥਾਵਾਂ ਨੂੰ ਤਬਾਹ ਕਰ ਸਕਦੀ ਹੈ ਜੋ ਭਾਰਤੀ ਅਮਰੀਕੀਆਂ ਦੀ ਸਫਲਤਾ ਲਈ ਮਹੱਤਵਪੂਰਨ ਸਨ। ਮੰਨਿਆ ਜਾ ਰਿਹਾ ਕਿ ਇਸ ਹਫ਼ਤੇ ਅਮਰੀਕਾ ਵੱਲੋਂ ਇਜ਼ਰਾਈਲ ਨੂੰ ਇਸ ਵਿਸ਼ੇਸ਼ ਕਲੱਬ 'ਚ ਸ਼ਾਮਲ ਕੀਤਾ ਜਾ ਸਕਦਾ ਹੈ। ਜਾਣਕਾਰੀ ਮੁਤਾਬਕ ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਵੀਜ਼ਾ ਛੋਟ ਪ੍ਰੋਗਰਾਮ 'ਚ ਇਜ਼ਰਾਈਲ ਨੂੰ ਸ਼ਾਮਲ ਕਰਨ ਦੀ ਯੋਜਨਾ ਦਾ ਐਲਾਨ ਇਸ ਹਫ਼ਤੇ ਦੇ ਅੰਦਰ ਕੀਤਾ ਜਾ ਸਕਦਾ ਹੈ। ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਇਸ ਪ੍ਰੋਗਰਾਮ ਦਾ ਸੰਚਾਲਨ ਕਰਦਾ ਹੈ ਜੋ ਵਰਤਮਾਨ 'ਚ 40 ਦੇਸ਼ਾਂ ਜੋ ਕਿ ਜ਼ਿਆਦਾਤਰ ਯੂਰਪੀਅਨ ਤੇ ਏਸ਼ੀਆਈ ਦੇਸ਼ਾਂ ਸਮੇਤ ਨੇ ਦੇ ਨਾਗਰਿਕਾਂ ਨੂੰ ਬਿਨਾਂ ਵੀਜ਼ਾ ਦੇ 3 ਮਹੀਨਿਆਂ ਲਈ ਅਮਰੀਕਾ ਦੀ ਯਾਤਰਾ ਕਰਨ ਦੀ ਇਜਾਜ਼ਤ ਦਿੰਦਾ ਹੈ। ਅਮਰੀਕਾ ਵੱਲੋਂ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਇਸ ਵੱਡੀ ਯੋਜਨਾ ਨੂੰ ਹਰੀ ਝੰਡੀ ਦੇਣਗੇ। ਏਪੀ ਦੀ ਰਿਪੋਰਟ ਅਨੁਸਾਰ ਇਸ ਮਾਮਲੇ ਨਾਲ ਜੁੜੇ ਅਧਿਕਾਰੀਆਂ ਨੇ ਨਾਮ ਨਾ ਛਾਪਣ ਦੀ ਸ਼ਰਤ ਤੇ ਇਹ ਜਾਣਕਾਰੀ ਦਿੱਤੀ ਹੈ। ਇਸ ਤਹਿਤ ਹੋਮਲੈਂਡ ਸਿਕਿਉਰਿਟੀ ਡਿਪਾਰਟਮੈਂਟ ਦੇ ਮੰਤਰੀ ਐਲੈਂਜ਼ਾਂਦਰੋ ਮਿਓਰਕਾਸ ਵੀਜ਼ਾ ਛੋਟ ਪ੍ਰੋਗਰਾਮ 'ਚ ਇਜ਼ਰਾਈਲ ਨੂੰ ਸ਼ਾਮਲ ਕਰਨ ਨੂੰ ਲੈ ਕੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਤੋਂ ਹਰੀ ਝੰਡੀ ਮਿਲਣ ਤੋਂ ਬਾਅਦ ਵੀਰਵਾਰ ਨੂੰ ਕੋਈ ਐਲਾਨ ਕਰ ਸਕਦੇ ਨੇ। ਇਹ ਵੀ ਕਿਹਾ ਕਿ ਇਸ ਸਾਲ ਜੂਨ, ਜੁਲਾਈ ਤੇ ਅਗਸਤ 'ਚ 90,000 ਤੋਂ ਵੱਧ ਵਿਦਿਆਰਥੀ ਵੀਜ਼ੇ ਜਾਰੀ ਕੀਤੇ ਗਏ। ਇਸ ਦੇ ਨਾਲ ਹੀ ਅਮਰੀਕੀ ਦੂਤ ਘਰ ਨੇ ਕਿਹਾ ਕਿ ਭਾਰਤੀ ਵਿਦਿਆਰਥੀਆਂ ਨੂੰ ਵਧਾਈ ਕਿ ਉਹਨਾਂ ਉੱਚ ਅਧਿਐਨ ਜ਼ਰੀਏ ਆਪਣੇ ਟੀਚੇ ਨੂੰ ਹਾਸਲ ਕਰਨ ਲਈ ਅਮਰੀਕਾ ਨੂੰ ਚੁਣਿਆ। ਹਾਲ ਹੀ 'ਚ ਅਮਰੀਕਾ ਦੇ ਭਾਰਤ ਵਿੱਚ ਰਾਜਦੂਤ ਏਰਿਕ ਗਾਰਸੇਟੀ ਨੇ ਕਿਹਾ ਸੀ ਕਿ ਪਹਿਲੀ ਵਾਰ ਟੂਰਿਸਟ ਵੀਜ਼ਾ ਇੰਟਰਵਿਊ ਲਈ ਉਡੀਕ ਸਮਾਂ 50% ਘੱਟ ਹੋ ਗਿਆ ਹੈ। ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ 2023 ਲਈ ਘੱਟੋ-ਘੱਟ 10 ਲੱਖ ਵੀਜ਼ਾ ਪ੍ਰਕਿਰਿਆ ਦਾ ਟੀਚਾ ਹੈ। IIT ਦਿੱਲੀ 'ਚ ਬੋਲਦਿਆਂ ਗਾਰਸੇਟੀ ਨੇ ਕਿਹਾ ਕਿ ਭਾਰਤ ਅਮਰੀਕੀ ਵੀਜ਼ਾ ਪ੍ਰਕਿਰਿਆ ਇਸ ਤੋਂ ਪਹਿਲਾਂ ਇੰਨੀ ਤੇਜ਼ ਕਦੀ ਨਹੀਂ ਰਹੀ। ਹਾਲ ਹੀ 'ਚ ਭਾਰਤ ਤੇ ਅਮਰੀਕਾ ਨੇ ਵੀਜ਼ਾ ਪ੍ਰਕਿਰਿਆ ਨੂੰ ਸਰਲ ਬਣਾਉਣ ਲਈ ਕਈ ਕਦਮ ਚੁੱਕੇ ਹਨ। ਅਮਰੀਕਾ ਦੀ ਯਾਤਰਾ ਦੌਰਾਨ PM ਨਰਿੰਦਰ ਮੋਦੀ ਨੇ ਐਲਾਨ ਕੀਤਾ ਸੀ ਕਿ ਭਾਰਤੀ ਪੇਸ਼ੇਵਰਾਂ ਨੂੰ ਆਪਣੇ H1B ਵੀਜ਼ਾ ਦੇ ਨਵੀਨੀਕਰਨ ਲਈ ਹੁਣ ਲੰਮੇ ਸਮੇਂ ਤੱਕ ਅਮਰੀਕਾ ਛੱਡਣ ਦੀ ਜ਼ਰੂਰਤ ਨਹੀਂ ਪਵੇਗੀ। ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ। ਦੇਖਦੇ ਰਹੋ TV ਪੰਜਾਬ। ਕੈਨੇਡਾ ਭਾਰਤ ਸਬੰਧਾਂ 'ਚ ਕੜਵਾਹਟ ਮਗਰੋਂ ਕੈਨੇਡਾ ਨੇ ਭਾਰਤ ਜਾਣ ਵਾਲੇ ਕੈਨੇਡੀਅਨਜ਼ ਲਈ ਅਪਡੇਟ ਕੀਤੀ ਟਰੈਵਲ ਐਡਵਾਈਜ਼ਰੀ। ਗਲੋਬਲ ਅਫੇਅਰਸ ਕੈਨੇਡਾ ਵੱਲੋਂ ਭਾਰਤ ਜਾਣ ਵਾਲਿਆਂ ਨੂੰ ਇਹਤਿਆਤ ਵਰਤਣ ਲਈ ਕਿਹਾ ਗਿਆ। ਖਾਲਿਸਤਾਨ ਸਮਰਥਕਾਂ ਨੇ ਕੈਨੇਡੀਅਨ ਸ਼ਹਿਰ ਵੈਨਕੂਵਰ, ਓਟਾਵਾ ਤੇ ਟੋਰਾਂਟੋ 'ਚ ਭਾਰਤੀ ਡਿਪਲੋਮੈਟਿਕ ਮਿਸ਼ਨਾਂ ਦੇ ਬਾਹਰ ਕੀਤੀਆਂ ਰੈਲੀਆਂ। ਸਥਿਤੀ ਤੇ ਨਜ਼ਰ ਰੱਖਣ ਲਈ ਸਥਾਨਕ ਪੁਲਿਸ ਤੇ ਸੰਘੀ ਪੁਲਿਸ ਦੇ ਜਵਾਨ ਤੈਨਾਤ। NDP ਦੇ ਹਾਊਸ ਲੀਡਰ ਪੀਟਰ ਜੂਲੀਅਨ ਨੇ ਹਾਊਸ ਆਫ ਕਾਮਨਸ ਦੇ ਸਪੀਕਰ ਐਂਥਨੀ ਰੋਟਾ ਤੋਂ ਅਸਤੀਫੇ ਦੀ ਕੀਤੀ ਮੰਗ। ਪਾਰਲੀਮੈਂਟ ਦੀ ਕਾਰਵਾਈ ਸ਼ੁਰੂ ਹੋਣ ਤੇ ਸਪੀਕਰ ਨੇ ਸੰਸਦ ਮੈਂਬਰਾਂ ਤੋਂ ਮੰਗੀ ਮੁਆਫੀ। ਕੈਨੇਡਾ ਦੇ ਨਵੇਂ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਮੁਤਾਬਕ ਨਵੇਂ ਕੈਨੇਡੀਅਨਾਂ ਨੂੰ ਇੱਕ ਬਟਨ ਦਬਾਉਣ ਨਾਲ ਨਾਗਰਿਕਤਾ ਦੀ ਸਹੁੰ ਚੁੱਕਣ ਦੀ ਇਜਾਜ਼ਤ ਤੇ ਵਿਚਾਰ ਕਰ ਰਹੇ ਨੇ। ਸਰਕਾਰ ਨੇ ਫਰਵਰੀ 'ਚ ਨਵੇਂ ਕੈਨੇਡੀਅਨਾਂ ਨੂੰ ਵਰਚੁਅਲ ਜਾਂ ਵਿਅਕਤੀਗਤ ਸਮਾਰੋਹ ਨੂੰ ਛੱਡਣ ਅਤੇ ਮਾਊਸ ਦੇ ਕਲਿੱਕ ਨਾਲ ਸਹੁੰ ਚੁੱਕਣ ਦੀ ਚੋਣ ਕਰਨ ਦੀ ਇਜਾਜ਼ਤ ਦੇਣ ਤੇ ਵਿਚਾਰ ਬਾਰੇ ਮੰਗੀ ਸੀ ਜਨਤਕ ਫੀਡਬੈਕ।